ਹੁਣ ਜੋ ਥਰਡ ਸਟੈਂਜ਼ਾ ਆ ਉਹਦੇ ਵਿੱਚ ਉਹਨਾਂ ਨੇ ਕੀ ਬੋਲਿਆ ਹੋਇਆ ਆ ਕਿ ਜਿਹੜੇ ਲੀਵਸ ਆ, ਜਿਹੜੇ ਟਰੀਜ਼ ਦੇ ਜੋ ਲੀਵਸ ਨੇ ਉਹ ਬਹੁਤ ਜ਼ਿਆਦਾ ਮਿਹਨਤ ਕਰ ਰਹੇ ਆ ਕਿ ਘਰ ਦੀਆਂ ਜੋ ਗਲਾਸ ਦੀਆਂ ਵਿੰਡੋਜ਼ ਆ, ਜੋ ਖਿੜਕੀਆਂ ਆ, ਉਹਨਾਂ ਦੇ ਸ਼ੀਸ਼ੇ ਨੂੰ ਪੁਸ਼ ਕਰਕੇ ਤੋੜ ਕੇ ਬਾਹਰ ਆਉਣ ਦੀ ਕੋਸ਼ਿਸ਼ ਕਰ ਰਹੇ ਆ। ਹੁਣ ਇੱਥੇ ਕਿੱਦਾਂ ਰਿਪਰੈਜ਼ੈਂਟ ਕੀਤਾ ਕਿ ਜਿੱਦਾਂ ਘਰ ਵਿੱਚ ਕੋਈ ਟਰੀ ਹੋਵੇ, ਉਹਦੀ ਬ੍ਰਾਂਚ ਦੇ ਜੋ ਅੱਗੇ ਨੂੰ ਫੈਲੀ ਹੁੰਦੀ ਹੈ ਔਰ ਉਹਦੇ ਲੀਵਸ ਜਿੱਦਾਂ ਵਿੰਡੋ ਦੇ ਨਾਲ ਕਈ ਵਾਰੀ ਟੱਚ ਹੋ ਰਹੀ ਹੁੰਦੀ, ਔਰ ਉਹਨਾਂ ਨੇ ਉਹਨੂੰ ਕਿੱਦਾਂ ਪ੍ਰੈਜ਼ੈਂਟ ਕੀਤਾ ਹੈ ਕਿ ਉਹ ਲੀਵਸ ਅਸਲ ਵਿੱਚ ਵਿੰਡੋ ਨੂੰ ਤੋੜ ਕੇ ਬਾਹਰ ਆਉਣ ਦੀ ਕੋਸ਼ਿਸ਼ ਕਰ ਰਹੇ ਹੋ। ਛੋਟੀਆਂ ਛੋਟੀਆਂ ਜੋ ਟਵਿਗਸ, ਜੋ ਛੋਟੀਆਂ ਛੋਟੀਆਂ ਉਹਨਾਂ ਦੀਆਂ ਬ੍ਰਾਂਚਸ ਆ, ਉਹ ਕੀ ਕੋਸ਼ਿਸ਼ ਕਰ ਰਹੇ ਆ, ਬਾਹਰ ਆਉਣ ਦੀ ਕੋਸ਼ਿਸ਼ ਕਰ ਰਹੇ, ਕਿਉਂਕਿ ਉਹ ਉੱਥੇ ਬਹੁਤ ਟਾਈਮ ਤੋਂ ਸਟਕ ਹੋਏ ਪਏ ਆ, ਬਹੁਤ ਟਾਈਮ ਤੋਂ ਫਸੇ ਪਏ ਆ, ਔਰ ਇੱਦਾਂ ਫੀਲ ਕਰ ਰਹੇ ਆ। ਮੈਟਾਫਰ ਯੂਜ਼ ਹੋਇਆ ਇੱਥੇ ਕਿ ਜਿਹੜੇ ਉਹ ਆਪਣੇ ਆਪ ਨੂੰ ਪੇਸ਼ੈਂਟਸ ਦੀ ਤਰ੍ਹਾਂ ਫੀਲ ਕਰ ਰਹੇ ਆ, ਕਿ ਜਿੱਦਾਂ ਕੋਈ ਹਸਪੀਟਲ ਤੋਂ ਪੇਸ਼ੈਂਟ ਰਿਲੀਜ਼ ਹੁੰਦਾ ਹੈ ਨਾ, ਜਿਵੇਂ ਕਿ ਹੁਣੇ ਛੁੱਟੀ ਮਿਲੀ ਆ ਪੇਸ਼ੈਂਟ ਨੂੰ ਹਸਪੀਟਲ ਤੋਂ, ਉਹ ਬਹੁਤ ਜ਼ਿਆਦਾ ਵੀਕ ਫੀਲ ਕਰਦਾ ਆ, ਇੱਦਾਂ ਹੀ ਉਹ ਬਹੁਤ ਜ਼ਿਆਦਾ ਵੀਕ ਪੇਸ਼ੈਂਟ ਦੀ ਤਰ੍ਹਾਂ ਫੀਲ ਕਰ ਰਹੇ ਆ ਜਿਹੜਾ ਹੁਣੇ ਅਜੇ ਹਸਪੀਟਲ ਤੋਂ, ਜਿਹਨੂੰ ਅਜੇ ਛੁੱਟੀ ਹੀ ਮਿਲੀ ਹੋਈ ਹੈ। ਇਹ ਸ਼ੋਅ ਕਰਦਾ ਆ ਕਿ ਕਿਵੇਂ ਜਿਹੜੀ ਅਨਨੈਚੁਰਲ ਕਨਫਾਈਨਮੈਂਟ ਆ, ਅਨਨੈਚੁਰਲ ਜਿਹੜੀ ਬੰਦਿਸ਼ ਆ ਕਿਸੇ 'ਤੇ, ਉਹ ਕਿੱਦਾਂ ਉਹਦੀ ਨੈਸੈਸਰੀ ਫਰੀਡਮ ਵੀ ਉਹਦੇ ਵਾਸਤੇ ਉਹਨੂੰ ਪਾਉਣਾ ਵੀ ਡਿਫਿਕਲਟ ਕਰ ਦਿੰਦਾ ਆ। ਫੈਮਿਨਿਸਟ ਇੰਟਰਪ੍ਰੀਟੇਸ਼ਨ ਕੀ ਹੈ ਇਸ ਚੀਜ਼ ਦੀ ਕਿ ਵਿਮਨ ਜਿਹੜੀਆਂ ਉਹ ਸਟੀਰੀਓਟਾਈਪ ਤੋੜ ਕੇ ਬਾਹਰ ਆ ਰਹੀਆਂ। ਹੁਣ ਸਟੀਰੀਓਟਾਈਪ ਕਿਹਨੂੰ ਬੋਲਦੇ ਆ? ਸਟੀਰੀਓਟਾਈਪ ਕਿ ਪੁਰਾਣੇ ਰੀਤੀ ਰਿਵਾਜ, ਕਿ ਜਿਹੜਾ ਬਣਿਆ ਹੋਵੇ ਕਿ ਹਾਂਜੀ ਜੀ ਇਹ ਤਾਂ ਇੱਦਾਂ ਹੀ ਹੁੰਦਾ ਆ। ਕਿਉਂ? ਕਿਉਂਕਿ ਸਟੀਰੀਓਟਾਈਪਸ ਆ, ਉਹਨਾਂ ਨੂੰ ਸਟੀਰੀਓਟਾਈਪਸ ਬੋਲਦੇ ਆ। ਕਿ ਜਿਵੇਂ ਮੰਨ ਲਓ ਕਿ ਰੱਖੜੀ ਹੈ, ਰੱਖੜੀ 'ਤੇ ਸਿਸਟਰ ਜੋ ਹੈ ਉਹ ਆਪਣੇ ਬ੍ਰਦਰ ਨੂੰ ਰੱਖੜੀ ਬੰਨੇਗੀ। ਇਹ ਸਟੀਰੀਓਟਾਈਪ ਆ ਕਿ ਲੜਕੀ ਨੇ ਹੀ ਆਪਣੇ ਬ੍ਰਦਰ ਦੇ ਰੱਖੜੀ ਬੰਨਣੀ ਆ। ਅੱਜ ਕੱਲ੍ਹ ਕੀ ਚੱਲਦਾ ਹੈ ਕਿ ਬ੍ਰਦਰ ਵੀ ਸਿਸਟਰ ਦੇ ਰੱਖੜੀ ਬੰਨ੍ਹ ਦਿੰਦਾ ਆ, ਉਹਨੂੰ ਬੋਲਦੇ ਆ ਬ੍ਰੇਕਿੰਗ ਸਟੀਰੀਓਟਾਈਪਸ, ਕਿ ਜੋ ਟਿਪੀਕਲ ਸਟੀਰੀਓਟਾਈਪਸ ਹੈ ਇਹਨਾਂ ਨੂੰ ਅਸੀਂ ਤੋੜ ਰਹੇ ਆ। ਸਿਮਿਲਰਲੀ ਕਹਿੰਦੇ ਕਿ ਜੋ ਵਿਮਨ ਵਾਸਤੇ ਸਟੀਰੀਓਟਾਈਪਸ ਬਣੇ ਹੋਏ ਆ, ਜਿਹਦੇ ਵਿੱਚ ਉਹਨਾਂ ਨੂੰ ਵੀਕ ਗਿਣਿਆ ਜਾਂਦਾ ਆ, ਕਨਫਿਊਜ਼ਡ ਮੰਨਿਆ ਜਾਂਦਾ ਹੈ, ਉਹਨਾਂ ਦੇ ਐਫਰਟ ਦੇ ਬਾਵਜੂਦ ਉਹਨਾਂ ਨੂੰ ਕੋਈ ਡਿਜ਼ਾਇਰ ਜੋ ਰਹਿੰਦੀ ਹੈ ਫਰੀਡਮ ਦੀ ਉਹ ਨਹੀਂ ਮਿਲਦੀ। ਇਸ ਕਰਕੇ ਹੁਣ ਉਹ ਡਿਜ਼ਾਇਰ ਨੂੰ ਲੈ ਕੇ ਆਏ ਆ ਕਿ ਜਿੱਦਾਂ ਉਹ ਲੀਵਸ ਦੀ ਡਿਜ਼ਾਇਰ ਆ ਬਾਹਰ ਜਾਣਾ, ਇੱਦਾਂ ਹੀ ਵਿਮਨ ਦੀ ਵੀ ਹੁਣ ਡਿਜ਼ਾਇਰ ਆ, ਉਹਨਾਂ ਦੀ ਉਹ ਡਿਜ਼ਾਇਰ ਉਹਨਾਂ ਨੂੰ ਫਰੀਡਮ ਵਾਸਤੇ ਪੁਸ਼ ਕਰ ਰਹੀ ਫੋਰਵਰਡ ਨੂੰ ਕਿ ਹਾਂਜੀ ਤੁਸੀਂ ਵੀ ਅੱਗੇ ਵਧੋ ਔਰ ਆਪਣੀ ਫਰੀਡਮ ਲਓ। ਫੋਰਥ ਸਟੈਂਜ਼ਾ ਕੀ ਹੈ? ਇੱਥੇ ਪੋਇਟਿਸ ਬੋਲ ਰਹੀ ਹੈ ਕਿ ਜਿਵੇਂ ਮਤਲਬ ਮੈਂ ਆਪਣੇ ਘਰ ਵਿੱਚ ਬੈਠੀ ਹੈ ਉਹ ਔਰ ਲੈਟਰ ਲਿਖ ਰਹੀ ਹੈ, ਠੀਕ ਹੈ, ਕੋਈ ਨਾ ਕੋਈ ਲੈਟਰ ਲਿਖ ਰਹੀ ਹੈ, ਉਹ ਕੁਝ ਕੰਮ ਕਰ ਰਹੀ ਆ ਔਰ ਉਹ ਅਬਜ਼ਰਵ ਕੀ ਕਰਦੀ ਹੈ ਕਿ ਸਾਰੀ ਇੱਕ ਹਾਈਪੋਥੈਟੀਕਲ ਸਿਚੁਏਸ਼ਨ ਹੈ, ਰੀਅਲ ਨਹੀਂ ਹੈ। ਉਹਨੇ ਸਿਰਫ ਇਹਨੂੰ ਦਿਖਾਇਆ ਗਿਆ ਕਿ ਇੱਦਾਂ ਹੋ ਰਿਹਾ ਆ, ਓਬਵੀਅਸਲੀ ਇੱਕ ਰੀਅਲ ਸਿਚੁਏਸ਼ਨ ਨਹੀਂ ਹੈ। ਸੋ ਉਹਨੇ ਕੀ ਬੋਲਿਆ ਕਿ ਜਦੋਂ ਮੈਂ ਆਪਣੇ ਘਰ ਦੇ ਅੰਦਰ ਬੈਠੀ ਲੈਟਰ ਲਿਖ ਰਹੀ ਸੀ, ਮੈਂ ਕੀ ਓਬਜ਼ਰਵ ਕੀਤਾ ਕਿ ਜਿਹੜੇ ਟਰੀਜ਼ ਹੈ ਉਹ ਜਾ ਰਹੇ ਆ, ਉੱਥੋਂ ਚਲੇ ਜਾ ਰਹੇ ਆ, ਉਹ ਕੁਝ ਵੀ ਬੋਲ ਨਹੀਂ ਰਹੇ, ਅਤੇ ਕੁਆਇਟਲੀ ਉਹ ਵੀ ਨੇਚਰ ਦੀ ਇਸ ਜਿਹੜਾ ਹੱਕ ਆ ਨੇਚਰ ਦਾ ਫਰੀਡਮ ਨੂੰ ਲੈਣ ਦਾ, ਇਹਨੂੰ ਐਕਸੈਪਟ ਕਰ ਰਹੀ ਹੈ, ਇਹਦੇ ਵਿੱਚ ਬਿਲਕੁਲ ਵੀ ਇੰਟਰਫੇਅਰ ਨਹੀਂ ਕਰ ਰਹੀ। ਕਿ ਜਿੱਦਾਂ ਟਰੀਜ਼ ਹੌਲੀ ਹੌਲੀ ਘਰ ਤੋਂ ਬਾਹਰ ਜਾ ਰਹੇ ਆ, ਉਹ ਵੀ ਇਸ ਚੀਜ਼ 'ਤੇ ਕੋਈ ਚੀਜ਼ ਨਹੀਂ ਕਰ ਰਹੀ ਕਿ ਉਹ ਚੁੱਪ ਚਪੀਤੇ ਸਿਰਫ ਦੇਖ ਰਹੀ ਹੈ ਟਰੀਜ਼ ਨੂੰ ਘਰ ਤੋਂ ਬਾਹਰ ਜਾਂਦੇ। ਫੈਮਿਨਿਸਟ ਇੰਟਰਪ੍ਰੀਟੇਸ਼ਨ ਕੀ ਹੈ ਕਿ ਇੱਥੇ ਹੁਣ ਜਿੱਦਾਂ ਸਾਇਲੈਂਸ ਕੀ ਰਿਪਰੈਜ਼ੈਂਟ ਕਰਦੀ ਹੈ, ਇੱਥੇ ਪੋਇਟਿਸ ਦੀ ਸਾਇਲੈਂਸ ਨੂੰ ਸੋਸਾਇਟੀ ਦੀ ਓਬਜ਼ਰਵੇਸ਼ਨ, ਜਦੋਂ ਵਿਮਨ ਫਰੀਡਮ ਲੈ ਰਹੀਆਂ ਆ, ਹੁਣ ਉਹਨਾਂ ਨੂੰ ਸਟੋਪ ਨਹੀਂ ਕੀਤਾ ਜਾ ਰਿਹਾ, ਨਾ ਹੀ ਪੂਰੀ ਤਰੀਕੇ ਦੇ ਨਾਲ ਰੋਕਿਆ ਜਾ ਰਿਹਾ ਹੈ, ਨਾ ਹੀ ਪੂਰੀ ਤਰੀਕੇ ਦੇ ਨਾਲ ਸਪੋਰਟ ਕੀਤਾ ਜਾ ਰਿਹਾ, ਜਿਵੇਂ ਕਿ ਪੋਇਟਿਸ ਨੇ ਨਹੀਂ ਕੀਤਾ ਕਿ ਨਾ ਹੀ ਟਰੀਜ਼ ਨੂੰ ਰੋਕਿਆ ਬਟ ਨਾ ਹੀ ਉਹਨਾਂ ਦੀ ਹੈਲਪ ਵੀ ਕੀਤੀ ਬਾਹਰ ਜਾਣ ਵਾਸਤੇ। ਸੇਮ ਚੀਜ਼ ਸੁਸਾਇਟੀ ਵੀ ਕਰ ਰਹੀ ਹੈ, ਹੌਲੀ ਹੌਲੀ ਉਹਨਾਂ ਨੇ ਇਹ ਚੀਜ਼ਾਂ ਨੂੰ ਐਕਸੈਪਟ ਕਰ ਲਿਆ ਆ, ਨਾ ਹੀ ਉਹ ਇਹ ਚੀਜ਼ 'ਚ ਰੋਕ ਰਹੇ ਆ ਕਿ ਨਹੀਂ ਤੁਸੀਂ ਅੱਗੇ ਨਹੀਂ ਜਾ ਸਕਦੇ, ਬਟ ਪੂਰੀ ਤਰੀਕੇ ਦੇ ਨਾਲ ਬੈਕਅਪ ਵੀ ਨਹੀਂ ਆ, ਕੋਈ ਸਪੋਰਟ ਵੀ ਨਹੀਂ ਆ ਰਹੀ ਸੁਸਾਇਟੀ ਵੱਲੋਂ, ਠੀਕ ਹੈ। ਥੋੜ੍ਹੇ ਜਿਹੇ ਪੁਰਾਣੇ ਸਮੇਂ ਦੀ ਪੋਇਮ ਹੈ, ਥੋੜ੍ਹਾ ਜਿਹਾ ਪਹਿਲੇ ਲਿਖੀ ਗਈ ਹੈ, ਇਸ ਕਰਕੇ ਤੁਹਾਨੂੰ ਅਜੇ ਲੱਗ ਰਿਹਾ ਹੋਗਾ ਕਿ ਹੁਣ ਤਾਂ ਇੰਨਾ ਜ਼ਿਆਦਾ ਨਹੀਂ ਹੈ, ਬਟ ਪੁਰਾਣੇ ਸਮੇਂ ਦੀ ਪੋਇਮ ਹੈ, ਹੁਣ ਵੀ ਹੈ ਬਟ ਉਸ ਲੈਵਲ 'ਤੇ ਨਹੀਂ ਹੈ ਹੁਣ ਇਹ ਵਿਮਨ ਦੇ ਨਾਲ ਜੋ ਇਹ ਬੰਦਿਸ਼ਾਂ ਜੋ ਹੈਗੀਆਂ ਕਨਫਾਈਨਮੈਂਟਸ, ਬਟ ਸਟਿਲ ਕਿਤੇ ਨਾ ਕਿਤੇ ਅਜੇ ਵੀ ਉਹ ਹੈ। ਹੁਣ ਫਿਫਥ ਸਟੈਂਜ਼ਾ ਦੀ ਐਕਸਪਲੇਨੇਸ਼ਨ, ਲੀਚਨ 'ਤੇ ਇੱਕ ਵਰਡ ਆਇਆ ਆ, ਉਹ ਕੀ ਹੁੰਦਾ? ਪਣਾ। ਤੁਸੀਂ ਪਣਾ ਵਰਡ ਸੁਣਿਆ ਹੋਵੇਗਾ, ਜਿਹੜਾ ਪਣਾ ਜੰਮਦਾ ਆ ਹਰਾ ਹਰਾ ਬਾਰਿਸ਼ ਤੋਂ ਬਾਅਦ ਜਾਂ ਕਿਸੇ ਜਗ੍ਹਾ 'ਤੇ ਅਗਰ ਪਾਣੀ ਇਕੱਠਾ ਹੋ ਜਾਂਦਾ ਹੈ ਉਹਨੂੰ ਬੋਲਦੇ ਆ, ਠੀਕ ਹੈ। ਕਹਿੰਦੇ ਕਿ ਜਿਹੜੀ ਰਾਤ ਹੈ ਉਹ ਬਹੁਤ ਹੀ ਫਰੈਸ਼ ਹੈ ਔਰ ਪੀਸਫੁਲ ਹੈ, ਪੂਰਾ ਜਿਹੜਾ ਮੂਨ ਹੈ ਬਹੁਤ ਬਰਾਈਟਲੀ ਸ਼ਾਈਨ ਕਰ ਰਿਹਾ ਆ, ਪੂਰਾ ਫੁੱਲ ਮੂਨ ਹੈ, ਔਰ ਜੋ ਲੀਵ ਦੀ ਔਰ ਲੀਸ਼ਨ ਦੀ ਜਿਹੜੀ ਸਮੈਲ ਹੈ ਉਹ ਰੂਮ ਦੇ ਵਿੱਚ ਐਂਟਰ ਕਰਦੀ ਆ, ਉਹ ਫੀਲ ਕਰਵਾਉਂਦੀ ਹੈ ਕਿ ਨੇਚਰ ਜਿਹੜਾ ਅਲਾਈਵ ਹੈ, ਪ੍ਰੈਜ਼ੈਂਟ ਆ, ਔਰ ਨੇਚਰ ਬਿਲਕੁਲ ਜ਼ਿੰਦਾ ਆ ਔਰ ਘਰ ਨੂੰ ਛੱਡਣ ਵਾਸਤੇ ਬਿਲਕੁਲ ਪੂਰੀ ਤਰੀਕੇ ਦੇ ਨਾਲ ਪ੍ਰੀਪੇਅਰਡ ਆ, ਤਿਆਰ ਹੈ ਇਸ ਵਕਤ ਇਸ ਘਰ ਦੀ ਜਿਹੜੀ ਬੰਦਿਸ਼ ਹੈ ਇਹਨੂੰ ਤੋੜਨ ਵਾਸਤੇ। ਸਿਕਸਥ ਜੋ ਸਟੈਂਜ਼ਾ ਆ ਉਹਦੀ ਐਕਸਪਲੇਨੇਸ਼ਨ ਕੀ ਹੈ? ਜਿਹੜੀ ਪੋਇਟਸ ਆ ਉਹ ਥੋੜ੍ਹੇ ਥੋੜ੍ਹੇ ਵਿਸਪਰਸ ਸੁਣਦੀ, ਵਿਸਪਰ ਹੁੰਦਾ ਜਦੋਂ ਕੋਈ ਚੋਰੀ ਚੋਰੀ ਗੱਲ ਕਰਦਾ ਆ, ਹੌਲੀ ਹੌਲੀ ਗੱਲ ਕਰਦਾ ਆ, ਉਹ ਵਿਸਪਰਸ ਹੋ ਰਹੀ ਹੈ ਜਦੋਂ ਟਰੀਜ਼ ਇੱਕ ਦੂਜੇ ਦੇ ਨਾਲ ਗੱਲ ਕਰ ਰਹੇ ਆ, ਆਪਣੇ ਅਟੈਂਪਟਸ ਕਰ ਰਹੇ ਆ, ਜਦੋਂ ਆਪਣੇ ਆਪ ਨੂੰ ਫਰੀ ਕਰਵਾਉਣ ਵਾਸਤੇ, ਆਪਣੀ ਬੰਦਿਸ਼ ਤੋੜ ਕੇ ਬਾਹਰ ਜਾਣ ਵਾਸਤੇ ਜਦੋਂ ਇੱਕ ਦੂਜੇ ਦੇ ਨਾਲ ਵਿਸਪਰ ਕਰਕੇ ਗੱਲ ਕਰ ਰਹੇ ਆ, ਪੋਇਟਸ ਬੋਲ ਰਹੀ ਹੈ ਕਿ ਮੈਨੂੰ ਉਹ ਚੀਜ਼ਾਂ ਸੁਣ ਰਹੀਆਂ ਆ, ਮੈਂ ਉਹਨਾਂ ਦੀ ਸੌਫਟ ਵਿਸਪਰ ਨੂੰ ਸੁਣ ਸਕਦੀ ਹਾਂ। ਬਾਈ ਟਮੋਰੋ ਬੋਲ ਰਹੀ ਹੈ ਕਿ ਇਹ ਵਿਸਪਰਸ ਵੀ ਚਲੀਆਂ ਜਾਣੀਆਂ ਔਰ ਇਹ ਟਰੀਜ਼ ਨੇ ਵੀ ਫਾਈਨਲੀ ਰਾਤ ਜਦੋਂ ਖਤਮ ਹੋਣੀ ਕੱਲ੍ਹ ਤੱਕ ਇਹ ਵਿਸਪਰਸ ਵੀ ਖਤਮ ਹੋ ਜਾਣੇ, ਜਿਹੜਾ ਉਹ ਬੁੜਬੁੜਾ ਰਹੇ ਆ ਥੋੜ੍ਹਾ ਥੋੜ੍ਹਾ, ਇਹ ਵੀ ਖਤਮ ਹੋ ਜਾਣਾ ਆ ਔਰ ਇਹ ਟਰੀਜ਼ ਨੇ ਵੀ ਘਰ ਤੋਂ ਬਾਹਰ ਫਾਈਨਲੀ ਚਲੇ ਜਾਣਾ ਆ ਇੱਥੋਂ। ਗਲਾਸ
ਟੁੱਟਦਾ ਆ, ਟਰੀਜ਼ ਹੌਲੀ ਹੌਲੀ ਬਾਹਰ ਜਾਂਦੇ ਆ, ਓਪਨ ਨਾਈਟ ਆ, ਔਰ ਵਿੰਡ ਜਿਹੜੀ ਆ, ਹਵਾ ਜਿਹੜੀ ਵਗ ਕੇ ਉਹਨਾਂ ਦਾ ਸਵਾਗਤ ਕਰਦੀ ਆ, ਜਿਵੇਂ ਕਿ ਉਹਨਾਂ ਦਾ ਵੈਲਕਮ ਕਰ ਰਹੀ ਹੋਵੇ, ਹਵਾ ਚੱਲਦੀ, ਔਰ ਇੱਦਾਂ ਲੱਗਦਾ ਕਿ ਉਹ ਹਵਾ ਉਹਨਾਂ ਦਾ ਵੈਲਕਮ ਕਰ ਰਹੀ ਹੈ ਕਿ ਵੈਲਕਮ ਬੈਕ ਟੂ ਦਾ ਫੋਰੈਸਟ, ਉਹਨਾਂ ਦਾ ਸਵਾਗਤ ਕੀਤਾ ਜਾ ਰਿਹਾ ਆ। ਫੈਮਿਨਿਸਟ ਇੰਟਰਪ੍ਰੀਟੇਸ਼ਨ ਕੀ ਹੈ? ਗਲਾਸ ਬ੍ਰੇਕਿੰਗ ਨੂੰ ਬ੍ਰੇਕਿੰਗ ਬੈਰੀਅਰਸ ਦੇ ਨਾਲ ਰਿਪਰੈਜ਼ੈਂਟ ਕੀਤਾ ਗਿਆ ਹੈ ਕਿ ਜਿਹੜੀਆਂ ਫੀਮੇਲਸ ਆ, ਜਿਹੜੀਆਂ ਵਿਮਨ ਆ, ਉਹਨਾਂ ਨੇ ਫਾਈਨਲੀ ਆਪਣੇ ਬੈਰੀਅਰਸ ਜਿਹੜੇ ਆ ਉਹ ਤੋੜ ਦਿੱਤੇ ਆ, ਠੀਕ ਹੈ। ਜਿਵੇਂ ਕਿ ਉਹਨਾਂ ਨੇ ਗਲਾਸ ਤੋੜਿਆ ਆ ਟਰੀਜ਼ ਨੇ, ਠੀਕ ਹੈ। ਵਨਸ ਫ੍ਰੀ, ਜਿੱਦਾਂ ਹੀ ਉਹ ਫ੍ਰੀ ਹੋਏ ਆ, ਉਹਨਾਂ ਨੂੰ ਨਿਊ ਓਪਰਚੁਨਿਟੀਜ਼ ਨੇ ਔਰ ਇਕੁਐਲਿਟੀ ਨੇ ਵੈਲਕਮ ਕੀਤਾ ਹੈ। ਜਿਵੇਂ ਟਰੀਜ਼ ਨੂੰ ਵਿੰਡ ਨੇ ਵੈਲਕਮ ਕੀਤਾ ਆ ਕਿ ਵੈਲਕਮ ਬੈਕ ਟੂ ਦਾ ਫੋਰੈਸਟ, ਇੱਦਾਂ ਹੀ ਵਿਮਨ ਨੂੰ, ਕਿਉਂਕਿ ਅਗਰ ਉਹ ਇੱਕ ਜਗ੍ਹਾ 'ਤੇ ਬੰਦ ਨੇ, ਜਦੋਂ ਬੰਦ ਉਸ ਚੀਜ਼ 'ਚੋਂ ਬਾਹਰ ਆਈਆਂ ਆ, ਉਹਨਾਂ ਵਾਸਤੇ ਹੁਣ ਓਪਰਚੁਨਿਟੀਜ਼ ਖੁੱਲ੍ਹ ਚੁੱਕੀਆਂ ਆ, ਉਹਨਾਂ ਨੂੰ ਵੀ ਹੁਣ ਇਕੁਐਲਿਟੀ ਮਿਲੇਗੀ, ਇਹ ਚੀਜ਼ ਨੇ ਉਹਨਾਂ ਦਾ ਵੈਲਕਮ ਕੀਤਾ ਹੋਇਆ ਆ। ਮੂਨ ਕਹਿੰਦੇ ਕਿ ਇੱਦਾਂ ਲੱਗ ਰਿਹਾ ਆ ਮੂਨ ਦੀ ਲਾਈਟ ਹੋਣ ਕਿ ਜਿੱਦਾਂ ਛੋਟੇ ਛੋਟੇ ਮਿਰਰ ਦੇ ਟੁਕੜੇ ਪਏ ਹੋਣ ਅਤੇ ਉਹਦੇ ਉੱਪਰ ਮੂਨ ਦੀ ਲਾਈਟ ਪੈ ਰਹੀ ਹੋਵੇ, ਕਿਉਂਕਿ ਪਹਿਲੇ ਮੂਨ ਦੀ ਲਾਈਟ ਸਿੱਧੀ ਜਾ ਰਹੀ ਸੀਗੀ। ਟਰੀਜ਼ ਦੇ ਜਦੋਂ ਪੱਤੇ ਹੁੰਦੇ ਆ, ਟਰੀਜ਼ ਹੁੰਦੇ ਆ, ਉਹਦੇ ਪੱਤਿਆਂ ਦੇ ਵਿੱਚੋਂ ਲਾਈਟ ਨਿਕਲ ਕੇ ਥੋੜ੍ਹੀ, ਕਿਉਂਕਿ ਉਹ ਉਹਨਾਂ ਦਾ ਜੋ ਸ਼ੈਡੋ ਹੁੰਦਾ ਆ, ਸ਼ੈਡੋ ਦੇ ਵਿੱਚੋਂ ਨਿਕਲ ਕੇ ਕਿਸੇ ਜਗ੍ਹਾ 'ਤੇ ਉਹ ਪੈਟਰਨਸ ਬਣ ਕੇ ਲਾਈਟ ਪਹੁੰਚਦੀ ਹੈ, ਕਿਉਂਕਿ ਉਹ ਟਰੀਜ਼ ਵਾਪਸ ਜਾ ਚੁੱਕੇ। ਇਸ ਕਰਕੇ ਇੱਦਾਂ ਹੀ ਲੱਗ ਰਿਹਾ ਕਿ ਮੂਨ ਲਾਈਟ ਵੀ ਹੁਣ ਇੱਦਾਂ ਹੀ ਆ ਰਹੀ ਹੈ, ਪੈਟਰਨ ਬਣ ਕੇ, ਜਿਵੇਂ ਬ੍ਰੋਕਨ ਮਿਰਰ ਦੇ ਪੀਸਸ ਹੁੰਦੇ ਆ, ਔਰ ਜਿਹੜੀ ਟੋਲੈਸਟ ਟਰੀਜ਼ ਦੇ ਉੱਪਰ ਪੂਰੀ ਦੀ ਪੂਰੀ ਸ਼ਾਈਨ ਕਰ ਰਹੀ, ਕਿਉਂਕਿ ਜਿਹੜਾ ਟੋਲੈਸਟ ਟਰੀ ਹੋਏਗਾ ਉੱਤੇ ਸਭ ਤੋਂ ਪਹਿਲੇ ਪੂਰੀ ਤਰ੍ਹਾਂ ਮੂਨ ਲਾਈਟ ਜਿਹੜੀ ਹੈ ਉਹ ਜਾਏਗੀ। ਇਹ ਸਿੰਬਲਾਈਜ਼ ਕਿਹਨੂੰ ਕਰ ਰਿਹਾ ਹੈ? ਚੇਂਜ ਨੂੰ, ਟਰਾਂਸਫਰਮੇਸ਼ਨ ਨੂੰ, ਰੀਨਿਊਅਲ ਨੂੰ, ਫਰੀਡਮ ਨੂੰ, ਜੋ ਕਿ ਤੁਸੀਂ ਫੀਮੇਲ ਇੰਟਰਪ੍ਰੀਟੇਸ਼ਨ ਇਹਨਾਂ ਨੇ ਲਾਸਟ 'ਤੇ ਮਤਲਬ ਇੱਥੇ ਬੋਲਿਆ ਹੋਇਆ ਆ। ਕਹਿੰਦੇ ਕਿ ਬ੍ਰੋਕਨ ਮਿਰਰ, ਜਿੱਦਾਂ ਇੱਥੇ ਉਹਨਾਂ ਨੇ ਬੋਲਿਆ ਹੋਇਆ ਕਿ ਮਿਰਰ ਦੇ ਬ੍ਰੋਕਨ ਪਾਰਟਸ 'ਤੇ ਮੂਨ ਲਾਈਟ ਫੀਲ ਹੋ ਰਹੀ ਹੈ, ਇਹਦਾ ਮਤਲਬ ਆ ਓਲਡ ਸਿਸਟਮਸ ਨੂੰ ਬ੍ਰੇਕ ਕਰਨਾ, ਕਿ ਜਿਹੜੀਆਂ ਫੀਮੇਲ ਆ ਉਹਨਾਂ ਨੇ ਵੀ ਓਲਡ ਸਿਸਟਮ ਨੂੰ ਬ੍ਰੇਕ ਕਰ ਦਿੱਤਾ ਹੋਇਆ, ਚਾਹੇ ਉਹ ਪੈਟਰੀਆਰਕੀ ਹੋਵੇ, ਚਾਹੇ ਉਹ ਪੁਰਾਣੇ ਸਟੀਰੀਓਟਾਈਪਸ ਹੋਣ, ਚਾਹੇ ਉਹਨਾਂ 'ਤੇ ਲੱਗੀਆਂ ਹੋਈਆਂ ਲਿਮਿਟੇਸ਼ਨਸ ਹੋਣ, ਔਰ ਉਹਨਾਂ ਨੇ ਵੀ ਆਪਣੇ ਆਪ ਨੂੰ ਇੱਕ ਨਿਊ ਆਈਡੈਂਟੀਟੀ ਦਿੱਤੀ ਹੈ। ਜੋ ਬੋਲ ਰਹੇ ਆ ਨਾ ਕਿ ਸਭ ਤੋਂ ਟੋਲੈਸਟ ਓਕ ਟਰੀ ਹੁੰਦਾ ਹੈ, ਜੋ ਫੋਰੈਸਟ ਵਿੱਚ ਸਭ ਤੋਂ ਟੋਲੈਸਟ ਟਰੀ ਹੁੰਦਾ ਆ, ਕਿ ਓਕ ਟਰੀ ਦੇ ਉੱਪਰ ਜਿਹੜੀ ਲਾਈਟ ਆ ਉਹ ਪੈ ਰਹੀ, ਔਰ ਓਕ ਟਰੀ ਪੂਰਾ ਸ਼ਾਈਨ ਕਰ ਰਿਹਾ। ਇੱਥੇ ਉਹ ਬੋਲ ਰਹੇ ਕਿ ਵਿਮਨ ਨੇ ਵੀ ਜਦੋਂ ਆਪਣੀਆਂ ਸਾਰੇ ਬੰਦਿਸ਼ਾਂ ਤੋੜ ਦਿੱਤੀਆਂ ਆ, ਅਤੇ ਉਹ ਵੀ ਪੂਰੀ ਤਰ੍ਹਾਂ ਸ਼ਾਈਨ ਕਰ ਰਹੀ ਆ, ਕਿਉਂਕਿ ਉਹਨਾਂ ਨੂੰ ਵੀ ਅੱਜ ਇੱਕ ਨਿਊ ਆਈਡੈਂਟੀਟੀ ਮਿਲੀ ਹੋਈ ਆ। ਸੋ ਦ ਟਰੀਜ਼ ਕੀ ਹੈ? ਇੱਕ ਸਿੰਬੋਲਿਕ ਫੈਮਿਨਿਸਟ ਪੋਇਮ ਹੈ, ਇੱਕ ਸਿੰਬੋਲਿਕ ਪੋਇਮ ਆ। ਇੱਥੇ ਦਿਖਾਇਆ ਤੇ ਇਹ ਕਿਹਾ ਆ ਕਿ ਟਰੀਜ਼ ਕਿਵੇਂ ਇੱਕ ਘਰ 'ਚੋਂ escape ਕਰਕੇ ਬਚ ਕੇ ਫੋਰੈਸਟ ਵਿੱਚ ਵਾਪਸ ਜਾਣਾ ਚਾਹ ਰਹੇ, ਬਟ ਇਹ ਰਿਪਰੈਜ਼ੈਂਟ ਕਿਹਨੂੰ ਕਰ ਰਿਹਾ ਆ? ਵਿਮਨ ਨੂੰ, ਠੀਕ ਹੈ। ਇਹ ਰਿਪਰੈਜ਼ੈਂਟ ਕਰ ਰਿਹਾ ਨੇਚਰ, ਕਿ ਨੇਚਰ ਕਿਵੇਂ ਆਪਣਾ ਬੰਦਿਸ਼ਾਂ ਤੋੜ ਕੇ ਹਿਊਮਨ ਕੰਟਰੋਲ ਤੋਂ ਫ੍ਰੀ ਹੋ ਕੇ ਆਪਣੇ ਨੈਚੁਰਲ ਹੈਬੀਟੇਟ ਵਿੱਚ ਵਾਪਸ ਜਾ ਰਿਹਾ ਆ। ਜਦੋਂ ਤੁਸੀਂ ਡੀਪਰ ਲੈਵਲ 'ਤੇ ਸਮਝੋਗੇ ਤੇ ਤੁਸੀਂ ਦੇਖੋਗੇ ਕਿ ਵਿਮਨ ਨੂੰ ਦਿਖਾਇਆ ਗਿਆ ਅਸਲ ਦੇ ਵਿੱਚ, ਕਿ ਵਿਮਨ ਕਿਵੇਂ ਸੁਸਾਇਟੀ ਦੇ ਰਿਸਟ੍ਰਿਕਸ਼ਨਸ ਜੋ ਲੱਗੇ ਹੋਏ ਆ, ਪੈਟਰੀਆਰਕੀਅਲ ਰਿਸਟ੍ਰਿਕਸ਼ਨਸ ਜੋ ਲੱਗੇ ਹੋਏ ਆ ਉਹਨਾਂ ਨੂੰ ਤੋੜ ਕੇ ਵਾਪਸ ਆਪਣੇ ਵਾਸਤੇ ਇੱਕ ਨਿਊ ਆਈਡੈਂਟੀਟੀ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰ ਰਹੀ ਆ, ਆਪਣੇ ਵਾਸਤੇ ਲਿਬਰਟੀ ਲੈਣ ਦੀ ਕੋਸ਼ਿਸ਼ ਕਰ ਰਹੀਆਂ, ਇਕੁਐਲਿਟੀ ਦੀ ਕੋਸ਼ਿਸ਼ ਕਰ ਰਹੀਆਂ ਆ। ਉਹਨਾਂ ਦੀ ਮੂਵਮੈਂਟ ਰਿਪਰੈਜ਼ੈਂਟ ਕਰਦੀ ਹੈ ਉਹਨਾਂ ਦੀ ਰੈਜ਼ਿਸਟੈਂਸ ਨੂੰ, ਉਹਨਾਂ ਦੀ ਫਰੀਡਮ ਨੂੰ, ਇੱਕ ਨਵੀਂ ਜ਼ਿੰਦਗੀ ਨੂੰ, ਇੱਕ ਨਵੀਂ ਸ਼ੁਰੂਆਤ ਨੂੰ, ਰੀਨਿਊਅਲ ਨੂੰ ਰਿਪਰੈਜ਼ੈਂਟ ਕਰਦਾ ਆ। ਇਨ ਦਾ ਐਂਡ ਜਦੋਂ ਟਰੀਜ਼ ਆਪਣੇ ਨੈਚੁਰਲ ਹੋਮ ਦੇ ਵਿੱਚ ਪਹੁੰਚ ਜਾਂਦੇ ਆ, ਦੱਸਿਆ ਜਾਂਦਾ ਆ ਕਿ ਇਹ ਸਿੰਬਲਾਈਜ਼ ਕਿਹਨੂੰ ਕਰਦਾ ਆ? ਹੋਪ ਔਰ ਲਿਬਰੇਸ਼ਨ ਦੋਨਾਂ ਵਾਸਤੇ, ਟਰੀਜ਼ ਵਾਸਤੇ ਵੀ, ਵਿਮਨ ਵਾਸਤੇ ਵੀ। ਅਗਰ ਤੁਸੀਂ ਇਹਨੂੰ ਨੇਚਰ ਦੇ ਪੱਖ ਤੋਂ ਦੇਖੋ ਤਾਂ ਉਹਨਾਂ ਵਾਸਤੇ ਵੀ ਇੱਕ ਹੋਪ ਔਰ ਲਿਬਰਟੀ ਉਹਨਾਂ ਨੂੰ ਮਿਲੀ ਹੋਈ ਹੈ, ਔਰ ਸੇਮ ਗੋਜ਼ ਫॉर ਵਿਮਨ ਆਲਸੋ। ਪੋਇਮ ਦੀ ਟੋਨ ਕਿਸ ਤਰੀਕੇ ਦੀ ਆ? ਸੀਰੀਅਸ ਹੈ, ਠੀਕ ਹੈ। ਸੀਰੀਅਸ ਟੋਨ ਦੇ ਵਿੱਚ ਕੋਈ ਇਹ ਨਹੀਂ ਕਿ ਹਿਊਮਰ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਹੈ ਜਾਂ ਕੋਈ ਸਟੋਰੀ ਸੁਣਾਈ ਹੈ, ਨੋ, ਸੀਰੀਅਸ ਹੈ, ਠੀਕ ਹੈ। ਰਿਫਲੈਕਟਿਵ ਆ, ਰਿਫਲੈਕਟਿਵ ਮਤਲਬ ਚਾਨਣਾ ਪਾਇਆ ਗਿਆ ਅਲੱਗ-ਅਲੱਗ ਚੀਜ਼ਾਂ 'ਤੇ, ਅਲੱਗ-ਅਲੱਗ ਸੱਚਾਈਆਂ 'ਤੇ। ਹੋਪਫੁਲ ਆ, ਇੱਕ ਹੋਪ ਦਿਖਾਈ ਗਈ ਹੈ। ਥੋਟ ਪ੍ਰੋਵੋਕਿੰਗ ਆ, ਤੁਹਾਡੇ ਇੱਕ ਵਾਰ ਥੋਟਸ ਨੂੰ ਪ੍ਰੋਵੋਕ ਕਰਦੀ ਹੈ, ਤੁਹਾਨੂੰ ਸੋਚਣ 'ਤੇ ਮਜਬੂਰ ਕਰਦੀ ਹੈ, ਔਰ ਫੈਮਿਨਿਸਟ ਹੈ, ਓਬਵੀਅਸਲੀ ਵਿਮਨ ਦੇ ਹੱਕ ਵਿੱਚ ਗੱਲ ਕੀਤੀ ਗਈ ਹੈ। ਥੀਮ ਇਸ ਪੋਇਮ ਦਾ ਕੀ ਹੈ? ਫਰੀਡਮ ਆਫ ਨੇਚਰ, ਕਿ ਨੇਚਰ ਨੂੰ ਵੀ ਫਰੀਡਮ ਚਾਹੀਦੀ ਆ। ਹਿਊਮਨ ਵਰਸਸ ਨੇਚਰ, ਕਿ ਹਿਊਮਨ ਕਿਵੇਂ ਨੇਚਰ ਨੂੰ ਕਨਫਾਈਨ ਕਰਕੇ ਰੱਖ ਰਿਹਾ ਆ। ਰੈਜ਼ਿਸਟੈਂਸ, ਜੋ ਰੈਜ਼ਿਸਟੈਂਸ ਵਿਮਨ ਦੀ ਔਰ ਟਰੀਜ਼ ਦੀ ਦਿਖਾਈ ਗਈ ਆ। ਇਨਵਾਇਰਮੈਂਟਲ ਅਵੇਅਰਨੈਸ ਇੱਥੇ ਥੀਮ ਤੁਹਾਡਾ ਹੋ ਸਕਦਾ ਆ, ਕਿ ਕਿਵੇਂ ਸਾਡੀ ਇਨਵਾਇਰਮੈਂਟ ਨੂੰ ਲੈ ਕੇ ਸਾਡੇ 'ਚ ਅਵੇਅਰਨੈਸ ਹੋਣੀ ਚਾਹੀਦੀ ਹੈ। ਨਿਊ ਬਿਗਿਨਿੰਗਸ, ਵਿਮਨ ਦੀ ਲਿਬਰਟੀ, ਸਟੀਰੀਓਟਾਈਪਸ ਨੂੰ ਬ੍ਰੇਕ ਕਰਨਾ, ਵਿਮਨਸ ਦੀ ਰੈਜ਼ਿਸਟੈਂਸ, ਪੈਟਰੀਆਰਕੀ ਨੂੰ ਲੈ ਕੇ, ਇਹ ਸਾਰੇ ਇਸ ਚੈਪਟਰ ਪੋਇਮ ਦੇ ਥੀਮ ਨੇ। ਮੈਸੇਜ ਇਹਦੇ ਵਿੱਚ ਕੀ ਹੈ? ਕਿ ਨੇਚਰ ਨੂੰ ਕਦੀ ਵੀ ਕੰਟਰੋਲ ਨਹੀਂ ਕੀਤਾ ਜਾ ਸਕਦਾ ਫੋਰਐਵਰ। ਤੁਸੀਂ ਇੱਕ ਟਾਈਮ 'ਤੇ ਕਰ ਸਕਦੇ ਹੋ, ਬਟ ਨੇਚਰ ਨੇ ਉਸ ਚੀਜ਼ 'ਚੋਂ ਬਾਹਰ ਆ ਹੀ ਜਾਣਾ ਆ। ਹਿਊਮਨ ਇੰਟਰਫੇਰੈਂਸ ਕਿਵੇਂ ਨੈਚੁਰਲ ਬੈਲੈਂਸ ਨੂੰ ਹਾਰਮ ਕਰਦਾ ਆ, ਕਿ ਜਿੱਦਾਂ ਉਹਨਾਂ ਨੇ ਸਿਰਫ ਇੱਕ
ਐਗਜ਼ਾਮਪਲ ਦੇ ਤੌਰ ਤੇ ਸਮਝਾਇਆ ਸੀਗਾ ਕਿ ਅਗਰ ਫੋਰੈਸਟ ਦੇ ਵਿੱਚ ਜੰਗਲ ਦੇ ਵਿੱਚ ਟਰੀਜ਼ ਨਹੀਂ ਹੋਣਗੇ ਤੇ ਬਰਡਸ ਵੀ ਨਹੀਂ ਹੋਣਗੇ, ਕਿਉਂਕਿ ਨੈਸਟ ਨਹੀਂ ਹੋਣਗੇ। ਅਗਰ ਬਰਡਸ ਨਹੀਂ ਹੋਣਗੇ ਤੇ ਉੱਥੇ ਇਨਸੈਕਟਸ ਵੀ ਨਹੀਂ ਹੋਣਗੇ, ਮਤਲਬ ਉਹ ਸਾਰੀਆਂ ਚੀਜ਼ਾਂ ਹੋਣਗੀਆਂ ਹੀ ਨਹੀਂ ਅਗਰ ਟਰੀਜ਼ ਨਹੀਂ ਹੋਣਗੇ ਤੇ, ਠੀਕ ਹੈ। ਤੇ ਨੇਚਰ ਬਹੁਤ ਪਾਵਰਫੁਲ ਹੈ ਔਰ ਆਪਣੇ ਆਪ ਨੂੰ ਰੀਸਟੋਰ ਕਰਦਾ ਆ। ਵਿਮਨ ਵੀ ਜਿਹੜੀਆਂ ਆਪਣੀ ਰਿਸਟ੍ਰਿਕਸ਼ਨਸ ਤੋਂ ਬਾਹਰ ਆ ਚੁੱਕੀਆਂ ਆ ਜਾਂ ਕੋਸ਼ਿਸ਼ ਕਰ ਰਹੀਆਂ ਆ ਆਉਣ ਦੀ। ਪੈਟਰੀਆਰਕੀਅਲ ਬੈਰੀਅਰਸ ਜਿਹੜੇ ਆ ਉਹ ਕਿਸੇ ਨੂੰ ਵੀ ਸਪਰੈਸ ਨਹੀਂ ਕਰ ਸਕਦੇ, ਸਪੈਸ਼ਲੀ ਵਿਮਨ ਨੂੰ ਸਪਰੈਸ ਕਰਕੇ ਪਰਮਾਨੈਂਟਲੀ ਨਹੀਂ ਰੱਖ ਸਕਦੇ। ਇੱਕ ਨਾ ਇੱਕ ਦਿਨ ਉਹ ਬਾਹਰ ਆਉਣਗੀਆਂ ਹੀ ਆਉਣਗੀਆਂ। ਫਰੀडम ਔਰ ਆਈਡੈਂਟਿਟੀ ਹਰ ਇੱਕ ਦਾ ਨੈਚੁਰਲ ਹੱਕ ਹੈ। ਇਹ ਸਾਰਾ ਮੈਸੇਜ ਹੈ ਇਸ ਪੋਇਮ ਦਾ। ਪੋਇਟਿਕ ਡਿਵਾਈਸਿਸ ਜੋ ਇਹਦੇ ਵਿੱਚ ਯੂਜ਼ ਕੀਤੀਆਂ ਗਈਆਂ ਆ, ਮੇਨ ਪਰਸੋਨੀਫਿਕੇਸ਼ਨ, ਕਿਉਂਕਿ ਟਰੀਜ਼ ਪਰਸੋਨੀਫਿਕੇਸ਼ਨ ਕੀ ਹੈ, ਜਦੋਂ ਕੋਈ ਨੋਨ ਲਿਵਿੰਗ ਥਿੰਗ ਨੂੰ ਇੱਕ ਪਰਸਨ ਦੇ ਹਿਊਮਨ ਦੇ ਫੀਚਰਸ ਦੇ ਨਾਲ ਦਿਖਾਇਆ ਜਾਵੇ, ਕਿਉਂਕਿ ਟਰੀਜ਼ ਨੂੰ ਚਲੋ ਤੁਸੀਂ ਲਿਵਿੰਗ ਥਿੰਗ 'ਚ ਮੰਨਦੇ ਹੋ, ਲੇਕਿਨ ਉਹਦਾ ਫੀਚਰ ਚੱਲਣਾ ਫਿਰਨਾ ਨਹੀਂ ਹੈ। ਜਿਵੇਂ ਕਿ ਇੱਕ ਹਿਊਮਨ ਚੱਲ ਕੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾ ਸਕਦਾ, ਹਿਊਮਨ ਟਰੇਟ ਹੈ ਉਹ, ਟਰੀਜ਼ ਦਾ ਟਰੇਟ ਨਹੀਂ ਹੈਗਾ। ਬਟ ਟਰੀਜ਼ ਨੂੰ ਚੱਲਦੇ ਫਿਰਦੇ ਦਿਖਾਇਆ ਗਿਆ ਕਿ ਉਹ ਕਮਰੇ ਤੋਂ ਬਾਹਰ ਜਾ ਰਹੇ ਆ, ਉਹ ਸ਼ੀਸ਼ਾ ਤੋੜ ਰਹੇ ਆ। ਪਰਸੋਨੀਫਿਕੇਸ਼ਨ। ਸਿਮਿਲੀ, ਜਦੋਂ ਤੁਸੀਂ ਇੱਕ ਚੀਜ਼ ਨੂੰ ਦੂਸਰੀ ਚੀਜ਼ ਦੇ ਨਾਲ ਕੰਪੇਅਰ ਕਰਦੇ ਹੋ ਬਾਈ ਯੂਜ਼ਿੰਗ ਵਰਡ ਲਾਈਕ ਔਰ ਐਜ਼, ਟਰੀਜ਼ ਨੂੰ ਲਾਈਕ ਵਰਡ ਯੂਜ਼ ਕਰਕੇ ਪੇਸ਼ੈਂਟਸ ਦੇ ਨਾਲ ਕੰਪੇਅਰ ਕਰਨਾ। ਮੈਟਾਫਰ, ਜਦੋਂ ਤੁਸੀਂ ਲਾਈਕ ਔਰ ਐਜ਼ ਯੂਜ਼ ਕੀਤੇ ਬਿਨਾਂ ਕੰਪੇਅਰ ਕਰਦੇ ਹੋ। ਮੂਨ ਨੂੰ ਬ੍ਰੋਕਨ ਮਿਰਰ ਦੇ ਨਾਲ ਕੰਪੇਅਰ ਕਰਨਾ। ਇਮੇਜਰੀ ਦਿਖਾਈ ਗਈ ਹੈ ਇੱਥੇ, ਰੂਟਸ ਦੀ, ਲੀਵਸ ਦੀ, ਮੂਨਲਾਈਟ ਦਿਖਾਈ ਗਈ ਹੈ, ਇੱਕ ਇਮੇਜ ਕ੍ਰੀਏਟ ਕੀਤੀ ਗਈ ਹੈ, ਡਿਸਕ੍ਰਿਪਸ਼ਨ ਬਹੁਤ ਅੱਛੀ ਦਿੱਤੀ ਗਈ ਹੈ ਉਹਦੀ। ਸਿੰਬੋਲਿਜ਼ਮ, ਟਰੀਜ਼ ਨੂੰ ਨੇਚਰ ਪਲੱਸ ਵਿਮਨ ਦੀ ਫਰੀडम ਦੇ ਨਾਲ ਸਿੰਬਲ